दिन निकलदे रहे ते शाम ढलदी रही, नित किरणां दी डोली निकलदी रही। ਕਾਂ ਤਾਂ ਹੌਲੀ ਜਿਹੇ ਬੋਲ ਕੇ ਉੱਡ ਗਿਆ ਤੇ ਜਿੰਦ ਬੂਹੇ ਤੇ ਮੇਰੀ ਵਿਲਕਦੀ ਰਹੀ। ਪਿਆਰੇ ਦੋਸਤੋ, ਗੱਲਾਂ ਰੂਹ ਦੀਆਂ ਚੈਨਲ 'ਤੇ ਆਪ ਸਭ ਨੂੰ ਜੀ ਆਇਆਂ ਕਹਿੰਦੇ ਹਾਂ ਜੀ। ਅੱਜ ਆਪਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਰਾਮ ਸਰੂਪ ਅਣਖੀ ਦੀ ਲਿਖੀ ਹੋਈ ਕਹਾਣੀ ਅੰਨੀ ਮਾਂ ਦਾ ਪੁੱਤ ਸੁਣਾਂਗੇ, ਜਿਸ ਵਿੱਚ ਇੱਕ ਇਨਸਾਨ ਨੂੰ ਉਸਦੀ ਮਾਂ ਦੇ ਅੰਨੇ ਹੋਣ ਕਰਕੇ ਸਾਰੇ ਸਮਾਜ ਤੋਂ ਤਾਹਨੇ ਮਿਹਣੇ ਸੁਣਨ ਦਾ ਸੰਤਾਪ ਭੋਗਣਾ ਪੈਂਦਾ ਹੈ। ਅਤੇ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੰਨੀ ਮਾਂ ਦਾ ਪੁੱਤ। ਰੋਜ਼ ਵਾਂਗ ਅੱਜ ਦੀ ਆਥਣ ਵੀ ਮੁੰਡੇ ਕੁੜੀਆਂ ਸੱਥ ਵਿੱਚ ਪੱਕੀ ਚੌਕੜੀ ਉੱਤੇ ਖੇਡਣ ਆ ਜੁੜੇ। ਕੋਈ ਤਾਸ਼ ਖੇਡਦਾ ਸੀ, ਕੋਈ ਰੋੜੇ ਅਤੇ ਕੋਈ ਪੀਚੋ ਬੱਕਰੀ। ਦੀਪਾ ਪੀਚੋ ਬੱਕਰੀ ਖੇਡ ਰਿਹਾ ਸੀ। ਉਹਦੇ ਨਾਲ ਦੋ ਕੁੜੀਆਂ ਅਤੇ ਇੱਕ ਮੁੰਡਾ ਹੋਰ ਵੀ ਇਹੀ ਖੇਡ ਖੇਡਦੇ ਸਨ। ਹੁਣ ਦੀਪਾ ਆਪਣੀ ਵਾਰੀ ਭੁਗਤਾ ਰਿਹਾ ਸੀ। ਉਹਦਾ ਪੈਰ ਲਕੀਰ ਉੱਤੇ ਟਿਕ ਗਿਆ, ਪਰ ਉਹ ਦਬਾ ਸੱਟ ਸਾਰੇ ਘਰ ਟੱਪ ਕੇ ਪਾਰ ਕਰ ਗਿਆ। ਜਿਵੇਂ ਲਕੀਰ ਉੱਤੇ ਟਿਕੀ ਉਹਦੀ ਪੈੜ ਦਾ ਕਿਸੇ ਨੂੰ ਪਤਾ ਹੀ ਨਾ ਲੱਗਿਆ ਹੋਵੇ। ਪਰ ਨਾਲ ਖੇਡਦੀ ਇੱਕ ਕੁੜੀ ਨੇ ਝੱਟ ਚਾਂਗਾਂ ਰੌਲੀ ਪਾ ਦਿੱਤੀ। ਲੀਖਰ ਵੱਢਤੀ, ਲੀਖਰ ਵੱਢਤੀ। ਦੀਪੇ ਨੇ ਕਿਹਾ, ਤੂੰ ਐਵੇਂ ਕਹਿੰਦੀ ਐ? ਅੰਨਾ ਹੋਇਆ, ਮੇਰੇ ਕੀ ਅੱਖਾਂ ਨਹੀਂ? ਕੁੜੀ ਗੁੱਸੇ ਨਾਲ ਬੋਲੀ। ਅੱਖਾਂ ਹੁੰਦੀਆਂ ਤਾਂ ਉਦੀ ਨਾ ਬੋਲਦੀ। ਦੀਪਾ ਆਪਣੀ ਗੱਲ ਤੋਂ ਮੁੱਕਰਦਾ ਲੱਗਦਾ ਸੀ। ਅੱਖਾਂ ਤੇਰੀਆਂ ਹੀ ਫੁੱਟੀਆਂ ਹੋਣਗੀਆਂ, ਅੰਨੀ ਮਾਂ ਦਾ ਪੁੱਤ ਨਾ ਹੋਵੇ, ਜਾ ਵੱਡਾ। ਕੁੜੀ ਪੂਰੀ ਤਰ੍ਹਾਂ ਨਾਲ ਗੁੱਸੇ ਵਿੱਚ ਆ ਗਈ ਸੀ। ਤੇਰੀ ਮਾਂ ਨਾ ਅੰਨੀ? ਦੀਪੇ ਨੇ ਕੱਚਾ ਜਿਹਾ ਹੋ ਕੇ ਕਿਹਾ। ਜਾ, ਨਹੀਂ ਖੇਡਣਾ ਤਾਂ ਨਾ ਖੇਡ। ਕੁੜੀ ਨੇ ਇਹ ਆਖ ਕੇ ਪੀਚੋ ਬੱਕਰੀ ਬੰਦ ਕਰ ਦਿੱਤੀ। ਇਸ ਤੋਂ ਬਾਅਦ ਦੀਪਾ ਆਪਣੇ ਘਰ ਪਰਤ ਆਇਆ। ਉਹ ਦੇਖਦਾ ਹੈ ਕਿ ਉਹਦੀ ਮਾਂ ਆਪਣੇ ਪੈਰ ਉੱਤੇ ਲੀਰ ਬੰਨ੍ਹ ਰਹੀ ਸੀ। ਮਾਂ, ਇਹ ਕੀ ਹੋ ਗਿਆ ਤੈਨੂੰ? ਦੀਪੇ ਨੇ ਪੁੱਛਿਆ। ਵੇ, ਹਾਰੇ 'ਚੋਂ ਦਾਲ ਵਾਲਾ ਤਪਲਾ ਕੱਢਦੀ ਸੀ, ਹੱਥਾਂ 'ਚ ਤਪਲਾ ਸੀ, ਦਿਸਿਆ ਨਾ, ਪੀੜੀ 'ਚ ਅੜਕ ਕੇ ਡਿੱਗ ਪਈ, ਸੱਟ ਲੱਗੀ ਆ ਪੈਰ 'ਤੇ। ਦੀਂਦਾ ਕੀ ਆ, ਸਵਾ 7 ਚੁੱਲ੍ਹਿਆਂ ਦੀ ਮੈਨੂੰ, ਮਾਂ ਨੇ ਸਰਸੀਨੀ ਨਾਲ ਉੱਤਰ ਦਿੱਤਾ। ਦੀਪਾ ਜਿਵੇਂ ਸੁੰਨ ਹੀ ਹੋ ਗਿਆ ਸੀ। ਪੀਚੋ ਬੱਕਰੀ ਖੇਡਣ ਵਾਲੀ ਕੁੜੀ ਦੀ ਗੱਲ ਉਹਦੇ ਦਿਲ 'ਤੇ ਲੱਗ ਗਈ ਸੀ। ਅੰਨੀ ਮਾਂ ਦਾ ਪੁੱਤ। ਥੋੜ੍ਹੀ ਦੇਰ ਬਾਅਦ ਉਸਦਾ ਪਿਤਾ ਖੇਤੋਂ ਆਪਣੇ ਘਰ ਆ ਗਿਆ। ਨਹਾ ਧੋ ਕੇ ਰੋਟੀ ਖਾਣ ਬੈਠਾ ਤੇ ਦੀਪੇ ਨੂੰ ਹਾਕ ਮਾਰੀ। ਪਾਣੀ ਦਾ ਗਲਾਸ ਭਰ ਕੇ ਲਿਆਈ ਓਏ, ਤੌੜੇ 'ਚੋਂ। ਪੈਂਡੀ ਉੱਤੇ ਪਏ ਤੌੜੇ ਨੂੰ ਟੇਢਾ ਕਰਕੇ ਦੀਪਾ ਪਾਣੀ ਦੀ ਗੜਵੀ ਭਰਨ ਲੱਗਿਆ। ਤੌੜੇ ਵਿੱਚ ਪਾਣੀ ਥੋੜ੍ਹਾ ਸੀ। ਉਹਦਾ ਧਿਆਨ ਪਾਣੀ ਤੇ ਗੜਵੀ ਵੱਲ ਬਹੁਤਾ ਹੋ ਗਿਆ। ਤੌੜਾ ਪੈਂਡੀ ਉੱਤੇ ਇੰਨਾ ਨਿਉ ਗਿਆ ਕਿ ਉਸ ਤੋਂ ਸੰਭਿਆ ਨਾ ਤੇ ਥੱਲੇ ਹੀ ਗਲ ਪਰਨੇ ਡਿੱਗ ਪਿਆ। ਉਸਨੇ ਦੰਦਾਂ ਵਿੱਚ ਜੀਭ ਦੀ ਕੁੰਭਲੀ ਦੱਬੀ। ਤੌੜਾ ਕੀਚਰ ਕੀਚਰ ਹੋ ਗਿਆ ਸੀ। ਪਾਣੀ ਗਲਾਸ ਨਾਲ ਵਿੱਚੋਂ ਨਹੀਂ ਸੀ ਭਰੀਂਦਾ। ਗੜਵੀ ਨਾਲ ਇਉਂ ਪਾਣੀ ਪਾਉਣ 'ਤੇ ਤੈਨੂੰ ਕਿਹਨੇ ਆਖਿਆ ਸੀ? ਦੀਂਦਾ ਨਹੀਂ ਸੀ ਅੰਨੀ ਮਾਂ ਦਿਆ ਪੁੱਤਾ? ਦੀਪੇ ਦਾ ਪਿਓ ਜਿਵੇਂ ਖੇਤੋਂ ਹੀ ਅੱਕ ਕੇ ਆਇਆ ਸੀ। ਤੈਥੋਂ ਆਪ ਨਹੀਂ ਸੀ ਉੱਠ ਕੇ ਲੈਂਦਾ? ਜੇ ਮੇਰੇ 'ਤੇ ਰੱਬ ਨੇ ਭਾਵੀ ਵਰਤਾਤੀ ਤਾਂ ਜ਼ਰੂਰ ਮੈਨੂੰ ਅੰਨੀ ਆਖਣਾ। ਜੇਠ ਹਾੜ ਦੀਆਂ ਧੁੱਪਾਂ ਵਿੱਚ
ਤੇਰਾ ਲੰਗਰ ਢੋਂਦੀ ਰਹੀਆਂ। ਉੱਲਾਂ ਉੱਠੀਆਂ ਤੋਂ ਵੀ ਜੇ ਉਦੋਂ ਲਾਜ ਹੋ ਜਾਂਦਾ ਤਾਂ ਇਸ ਮੁਸੀਬਤ ਨੂੰ ਕਾਹਨੂੰ ਪਹੁੰਚਦੀ। ਦੀਪੇ ਦੀ ਮਾਂ ਨੇ ਪੂਰੀ ਖਿੱਝ ਮੰਨੀ। ਲਾਜ ਨੂੰ ਕੀ ਮੇਰੇ ਕੋਲ ਰੋਕੜੀ ਪਈ ਸੀ? ਉਹ ਵੀ ਤਿੜਕ ਪਿਆ। ਜੇ ਨਾ ਰੋਕੜੀ ਪਈ ਸੀ ਤਾਂ ਹੁਣ ਅੰਨੀ ਕਾਹਨੂੰ ਪਰਖਦਾ? ਦੀਪੇ ਦੀ ਮਾਂ ਦਾ ਹਰਾਸ ਟੁੱਟਿਆ ਹੋਇਆ ਸੀ। ਤੂੰ ਕਾਹਨੂੰ ਅੰਨੀ ਐ? ਮੈਂ ਹੀ ਹਨੇਰਾ ਢੋਨਾ। ਹਲ ਮਗਰ ਖੁੱਚਾਂ ਤੜਾਉਂਦੇ ਦੀ ਘੀਸੀ ਹੋ ਜਾਂਦੀ ਐ ਤੇ ਘਰ ਆ ਕੇ ਚੱਜ ਨਾਲ ਟੁੱਕ ਵੀ ਨਹੀਂ ਜੁੜਦਾ। ਦੀਪੇ ਦੇ ਪਿਓ ਦੇ ਇਹ ਸ਼ਬਦ ਉਸਦੇ ਘਰ ਦੀ ਸਾਰੀ ਦਸ਼ਾ ਜ਼ਾਹਰ ਕਰਦੇ ਸਨ। ਦੀਪਾ ਇਕੱਲਾ ਪੁੱਤ ਸੀ। ਭੈਣਾਂ 3 ਵੱਡੀਆਂ, ਸਭ ਵਿਆਹੀਆਂ ਵਰੀਆਂ ਆਪਣੇ ਆਪਣੇ ਘਰੀਂ ਚਲੀਆਂ ਗਈਆਂ ਸਨ। ਇਨ੍ਹਾਂ 3 ਕੁੜੀਆਂ ਦੇ ਵਿਆਹਾਂ ਨੇ ਹੀ ਘਰ ਖੁੰਗਲ ਕਰ ਦਿੱਤਾ ਸੀ। ਰਿਣੀ ਚਿਣੀ ਸਾਰੀ ਹੀ ਲੱਗ ਗਈ ਸੀ। ਹੁਣ ਨਿੱਕੀ ਜਿਹੀ ਟੱਬਰੀ ਮਸਾਂ ਜੂਨ ਗੁਜ਼ਾਰਾ ਕਰਦੀ ਸੀ। ਦੀਪੇ ਦੀ ਮਾਂ ਦੇ ਇੱਕ ਵਾਰੀ ਉੱਲਾਂ ਉੱਠ ਖੜੀਆਂ। ਅੱਖਾਂ ਦੀਆਂ ਡੇਲੀਆਂ ਜਿਵੇਂ ਪਾਟ ਪਾਟ ਡਿੱਗਦੀਆਂ ਸਨ। ਪੁੜਪੜੀਆਂ ਵਿੱਚ ਜਿਵੇਂ ਹੁੱਜਾਂ ਵੱਜਦੀਆਂ ਸਨ। ਉੱਤੋਂ ਕਣਕ ਦੀ ਗਹਾਈ ਦਾ ਜ਼ੋਰ ਸੀ। ਪਿੜ ਵੀ ਉਹਨਾਂ ਦਾ ਖੇਤ ਵਿੱਚ ਹੀ ਸੀ, ਕੋਹ ਭਰ ਦੂਰ। ਕੁੜੀਆਂ ਵਿੱਚੋਂ ਕੋਈ ਵੀ ਨਹੀਂ ਸੀ ਆਈ ਹੋਈ ਜਿਹੜੀ ਰੋਟੀ ਤਾਂ ਪਿੜ ਵਿੱਚ ਫੜਾ ਆਵੇ। ਦੀਪੇ ਤੋਂ ਮਾਲ ਢਾਂਡਾ ਹੀ ਮਸਾਂ ਸੰਭਦਾ ਸੀ। ਉਸਦੀ ਮਾਂ ਨੇ ਬਥੇਰਾ ਕੁਰਲਾਇਆ ਕਿ ਉਹਦਾ ਪਿਓ ਬਰਨਾਲੇ ਜਾ ਕੇ ਉਸਦੀਆਂ ਅੱਖਾਂ ਦਿਖਾ ਲਿਆਵੇ, ਪਰ ਉਸਨੂੰ ਉਹਦੀਆਂ ਅੱਖਾਂ ਨਾਲੋਂ ਪਿੜ ਦਾ ਫਿਕਰ ਬਹੁਤਾ ਸੀ। ਅੱਧੀ ਅੱਧੀ ਰਾਤ ਤੀਕ ਉਹ ਸਿਰ ਫੜ ਕੇ ਬੈਠੀ ਰਹਿੰਦੀ। ਜਦੋਂ ਮੇਰੀ ਜਾਨ ਮੁੱਕ ਗਈ ਤੂੰ ਉਦੋਂ ਹੀ ਕੁਛ ਕਰੇਂਗਾ, ਦੀਪੇ ਦੀ ਮਾਂ ਨੇ ਪੂਰੇ ਤਰਲੇ ਨਾਲ ਕਿਹਾ। ਐਨੇ ਪੈਸੇ ਹੀ ਕਿੱਥੇ ਨੇ ਡਾਕ ਧਾਰ ਨਾਲ ਮੱਥਾ ਲਾਉਣ ਨੂੰ? ਤੂੰ ਅੱਜ ਰਸੌਂਤ ਪਾ ਕੇ ਦੇਖ। ਦੀਪੇ ਦੇ ਪਿਓ ਵਿੱਚ ਮਜਬੂਰੀ ਦੀ ਹੱਦ ਸੀ ਤੇ ਉਸ ਰਾਤ ਦੀਪੇ ਦੀ ਮਾਂ ਨੇ ਰਸੌਂਤ ਤੇ ਵਿੱਚ ਫੀਮ ਵੀ ਥੋੜ੍ਹੀ ਜਿਹੀ ਘੋਲ ਕੇ ਅੱਖਾਂ ਵਿੱਚ ਪਵਾ ਲਈ। ਉਹਦੀਆਂ ਅੱਖਾਂ ਵਿੱਚ ਜਿਵੇਂ ਛਿੱਲੀਆਂ ਹੀ ਗਈਆਂ। ਉਸਨੂੰ ਤਰੇਲੀ ਆ ਗਈ। ਉਸਨੇ ਚੀਸ ਵੱਟੀ ਜਿਵੇਂ ਡੇਲੀਆਂ ਵਿੱਚ ਮੇਰੂ ਹੋ ਗਏ ਹੋਣ। ਸਾਰੀ ਰਾਤ ਉਹ ਮੰਜੇ ਦੇ ਪਾਵੇ ਨਾਲ ਸਿਰ ਲਾ ਕੇ ਬੈਠੀ ਰਹੀ। ਹਾਣੀਸਾਰ ਅਗਲੀ ਸਵੇਰ ਉਸ ਨੂੰ ਡਾਕਟਰ ਕੋਲ ਲਿਜਾਣਾ ਪਿਆ। ਪੈਸਾ ਤਾਂ ਉਦੋਂ ਵਿਉ ਖਾਣ ਨੂੰ ਵੀ ਜੇਬ ਵਿੱਚ ਨਹੀਂ ਸੀ। ਕਿਸੇ ਬਾਣੀਏ ਤੋਂ 40 ਰੁਪਈਏ ਲੈ ਕੇ ਤੇ ਕਣਕ ਨਿਕਲੀ ਤੋਂ 50 ਦੇਣੇ ਕਰਕੇ ਉਹ ਬਰਨਾਲੇ ਚਲੇ ਗਏ। ਦੀਪੇ ਦੀ ਮਾਂ ਦਾ ਦੁੱਖ ਤਾਂ ਦੂਰ ਹੋ ਗਿਆ, ਪਰ ਨਜ਼ਰ ਚੌਥੇ ਹਿੱਸੇ ਦੀ ਵੀ ਨਾ ਰਹੀ। ਦੀਪੇ ਦਾ ਪਿਓ ਮਸਾਂ ਦਿਨ ਕਟੀ ਕਰਦਾ ਸੀ। ਦੀਪੇ ਦੀ ਮਾਂ ਅੰਨੀ ਨਹੀਂ ਤਾਂ ਅੰਨਿਆਂ ਵਰਗੀ ਜ਼ਰੂਰ ਹੋ ਗਈ ਸੀ। ਦੀਪਾ ਆਪ ਇੱਕ ਖੱਲੜ ਜਿਹੀ ਮੈਂ, ਇੱਕ ਬੱਕਰੀ ਤੇ ਇੱਕ ਵੱਛਾ, ਤਿੰਨੇ ਪਸ਼ੂ ਸਾਰਾ ਦਿਨ ਘਰੋਂ ਚਾਰ ਕੇ ਲਿਆਉਣ ਵਿੱਚ ਹੀ ਉਲਝਿਆ ਰਹਿੰਦਾ ਸੀ। ਇੱਕ ਦਿਨ ਸਾਰੇ ਪਾਲੀ ਪਿਛਲੇ ਪਹਿਰ ਦੀ ਚਾਹ ਨਾਲ ਰੋਟੀ ਖਾਣ ਲੱਗੇ। ਦੀਪੇ ਨੇ ਪੌਣੇ ਲੜੋਂ ਮਿੱਸੀ ਰੋਟੀ ਖੋਲ੍ਹੀ, ਸੁਆਹ ਨਾਲ ਲਿਬੜੀ ਹੋਈ ਸੀ। ਰੋਟੀ ਤੋਂ ਸੁਆਹ ਨਹੀਂ ਲਾਈ, ਅੰਨੀ ਮਾਂ ਦਿਆ ਪੁੱਤਾ, ਇੱਕ ਮੁੰਡੇ ਨੇ ਤਰਕ ਮਾਰੀ। ਦੀਪੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਸੀ। ਉਸਨੇ ਨੀਵੀਂ ਪਾ ਕੇ ਰੁੱਖੀ ਕਸੈਲੀ ਰੋਟੀ ਚਾਹ ਨਾਲ ਅੰਦਰ ਸਿੱਟ ਲਈ। ਐਤਕੀਂ ਮੀਂਹ ਚੰਗਾ ਪੈ ਗਿਆ ਸੀ ਤੇ ਏਦੋਂ ਵੱਧ ਹੋਰ ਲੋੜ ਵੀ ਨਹੀਂ ਸੀ। ਸਾਵਣ ਦੀ ਮੰਡੀ ਬਰਨਾਲੇ ਕਾਫੀ ਭਰਨੀ ਸੀ। ਦੀਪੇ ਦੇ 3-4 ਪਾਲੀ ਦੋਸਤਾਂ ਨੇ ਸਲਾਹ ਕੀਤੀ ਕਿ ਮੰਡੀ ਉੱਤੇ ਜ਼ਰੂਰ ਚੱਲੀਏ।
ਦੀਪੇ ਨੇ ਬਥੇਰੀ ਹਿੰਡ ਕੀਤੀ ਕਿ ਉਹਨੇ ਆਪਣੇ ਰੀਂਡੂ ਵੱਛੇ ਲਈ ਘੁੰਘਰਾਲ ਲਿਆਉਣੀ ਹੈ, ਪਰ ਉਸਦੇ ਪਿਓ ਨੇ ਮਸਾਂ ਇੱਕ ਅਠਿਆਨੀ ਹੀ ਦਿੱਤੀ। 1 ਰੁਪਈਆ ਉਸਨੇ ਐਤਕੀ ਹਾੜੀਆਂ ਵੇਲੇ ਖਲੀਆਂ ਦੇ ਥੱਲੇ ਡਿੱਗੀਆਂ ਛੋਲਿਆਂ ਦੀਆਂ ਟਾਟਾਂ ਭੋਰ ਕਰ ਲਿਆ ਸੀ। ਤਿੰਨੇ ਚਾਰੇ ਪਾਲੀ ਉਹ ਬਰਨਾਲੇ ਚਲੇ ਗਏ। ਹੱਥਨੀ ਵਰਗੀਆਂ ਝੋਟੀਆਂ, ਹੰਸਾਂ ਵਰਗੇ ਗੋਰੇ ਚਿੱਟੇ ਵਹਿੜ ਕੇ ਤੇ ਕਲਹਿਰੀ ਮੋਰ ਦੀ ਤੋੜ ਵਾਲੇ ਬੋਤਿਆਂ ਨਾਲ ਮੰਡੀ ਝਿਲਮਿਲ ਕਰ ਰਹੀ ਸੀ। ਕਿਸੇ ਨੇ ਘੁੰਘਰਾਲ ਲਈ, ਕਿਸੇ ਨੇ ਗਾਨੀ, ਕਿਸੇ ਨੇ ਬੱਕਰੀ ਦੀਆਂ ਝਾਂਜਰਾਂ, ਤੇ ਦੀਪੇ ਨੇ ਜਿਵੇਂ ਸਾਰੀ ਮੰਡੀ ਗਾਹ ਦਿੱਤੀ ਹੋਵੇ ਤੇ ਉਸਨੂੰ ਕੋਈ ਵੀ ਚੀਜ਼ ਪਸੰਦ ਨਾ ਆਈ। ਇੱਕ ਥਾਂ ਇੱਕ ਸੰਨਿਆਸੀ ਸਾਧ ਬੈਠਾ ਦਵਾਈਆਂ ਵੇਚ ਰਿਹਾ ਸੀ। ਉਸਦੀ ਜ਼ੁਬਾਨ ਆਰੀ ਵਾਂਗ ਚੱਲਦੀ ਸੀ। ਇਹ ਹੈ ਸੁਰਮੇ ਦੀ ਡਲੀ। ਇਹ ਉਹ ਸੁਰਮਾ ਨਹੀਂ ਜਿਹੜਾ ਬਾਜ਼ਾਰ ਵਿੱਚ ਦੁਕਾਨ ਤੋਂ ਆਮ ਮਿਲਦਾ ਹੈ। 12 ਤੇ 12 24 ਤੇ ਆ। ਉਸਨੇ ਆਪਣੇ ਦੋਵਾਂ ਹੱਥਾਂ ਦੀਆਂ 10 ਉਂਗਲਾਂ ਖੋਲ੍ਹੀਆਂ ਤੇ ਫਿਰ ਸੱਜੇ ਹੱਥ ਦੀਆਂ 2 ਉਂਗਲਾਂ ਖੜੀਆਂ ਕਰਕੇ ਕਿਹਾ, ਪੂਰੀਆਂ 36 ਜੜੀ ਬੂਟੀਆਂ ਦਾ ਇਸ ਵਿੱਚ ਪ੍ਰਯੋਗ ਕੀਤਾ ਗਿਆ ਹੈ। ਇੱਕੋ ਫੁੰਕਾਰੇ ਨਾਲ ਸਾਹ ਸੂਝ ਜਾਣ ਵਾਲੇ ਕਾਲੇ ਨਾਗ ਦੇ ਮੂੰਹ ਵਿੱਚ ਇਸ ਨੂੰ ਪੂਰਾ 1.25 ਮਹੀਨਾ ਰੱਖਿਆ ਗਿਆ ਤੇ ਫਿਰ ਬਸੰਤਰ ਵਿੱਚ ਸੋਧਿਆ ਗਿਆ ਹੈ। ਪੂਰੀ ਠੂਠੀ ਵਿੱਚ ਘਸਾ ਕੇ 3 ਡੰਗ ਰਾਤ ਨੂੰ ਪੈਣ ਲੱਗੇ ਇਸ ਦਾ ਸੇਵਨ ਕਰੋ। ਚਿੱਟੇ ਮੋਤੀਏ ਦੀ ਜੜ ਬਿਲਕੁਲ ਖਤਮ। 7 ਡੰਗ ਪਾਓ, ਕਾਲਾ ਮੋਤੀਆ ਵੀ ਖਤਮ ਕਰੇਗਾ, ਨਜ਼ਰ ਨੂੰ ਤੇਜ਼ ਕਰੇਗਾ। ਸੂਈ ਦੇ ਨੱਕੇ ਵਿੱਚ ਧਾਗਾ ਪਾਓ, ਕੀੜੀ ਫਿਰਦੀ ਦੇਖੋ, ਅੰਨੇ ਪੁਰਸ਼ ਸੁਜਾਖੇ ਹੋ ਜਾਓ। 1 ਡਲੀ ਕੀਮਤ ਸਿਰਫ 8 ਆਨੇ। 1 ਡਲੀ ਕੀਮਤ ਸਿਰਫ 8 ਆਨੇ। ਅੰਨੀ ਮਾਂ ਦਾ ਪੁੱਤ। ਦੀਪੇ ਦੇ ਦਿਮਾਗ ਵਿੱਚ ਹਥੌੜੀਆਂ ਵੱਜ ਰਹੀਆਂ ਸਨ। ਮੰਡੀ ਵਿੱਚ ਉਸਨੇ ਕੁਝ ਖਾਧਾ ਨਾ ਤੇ ਨਾ ਹੀ ਕੁਝ ਪੀਤਾ। ਮੋਟਰ ਦਾ ਭਾੜਾ ਰੱਖ ਕੇ 8-10 ਆਨੇ ਹੀ ਵਿੱਚੋਂ ਕੱਢ ਕੇ ਸੰਨਿਆਸੀ ਬਾਬੇ ਦੀ ਹਥੇਲੀ ਉੱਤੇ ਰੱਖ ਦਿੱਤੇ। ਸਾਰੇ ਪਾਲੀਆਂ ਨੇ ਦੇਖਿਆ ਉਸਨੇ ਮੰਡੀ ਵਿੱਚੋਂ ਕੁਝ ਵੀ ਨਹੀਂ ਸੀ ਖਰੀਦਿਆ। ਪਿੰਡ ਵਾਪਸ ਆਏ ਨੂੰ ਉਸਦੇ ਬਾਪੂ ਨੇ ਪੁੱਛਿਆ, ਕੀ ਖਾਧਾ ਪੀਤਾ ਫੇਰ ਦੀਪਿਆ ਮੰਡੀ 'ਚ? ਸੁਰਮੇ ਦੀ ਡਲੀ ਲਿਆਂਦੀ ਹੈ ਬਾਪੂ। 1.25 ਮਹੀਨਾ ਸੱਪ ਦੇ ਮੂੰਹ 'ਚ ਰੱਖੀ ਹੋਈ। ਬਸ ਹੁਣ ਬੇਬੇ ਦੀ ਨਿਗਾਹ ਤੇਜ਼ ਹੋ ਜੂ। ਦੀਪੇ ਦੇ ਬੋਲਾਂ ਵਿੱਚ ਅਜੀਬ ਜਿੱਤ ਸੀ। ਦੇਖਾਂ, ਦਿਖਾ ਉਰੇ। ਉਹਦੇ ਬਾਪੂ ਨੇ ਹੈਰਾਨੀ ਪ੍ਰਗਟ ਕੀਤੀ। ਢਾਠੀ ਦੇ ਲੜੋਂ ਡਲੀ ਖੋਲ੍ਹ ਕੇ ਉਸਨੇ ਬਾਪੂ ਦੇ ਹੱਥ ਉੱਤੇ ਧਰ ਦਿੱਤੀ ਤੇ ਮੁਸਕਰਾਇਆ। ਉਸਦੇ ਬਾਪੂ ਨੇ ਕਾਲੀ ਜਿਹੀ ਕੰਕਰੀ ਟੋਹ ਕੇ ਦੇਖੀ ਤੇ ਕਿਹਾ, ਇਹ ਪੱਥਰ ਦਾ ਕੋੜਾ ਜਿਹਾ ਕੀ ਆ ਓਏ? ਇਹਦੂ ਵੀ ਨਾ ਅੰਨੀ ਕਰਦੀ ਧਨੰਤਰਾ। ਪਿਆਰੇ ਦੋਸਤੋ, ਇਹ ਸੀ ਅੱਜ ਦੀ ਕਹਾਣੀ ਅੰਨੀ ਮਾਂ ਦਾ ਪੁੱਤ। ਤੇ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।